ਗੁਰਬਾਣੀ ਵਿਚਾਰ ਸੰਗਤ। ਹਰ ਇੱਕ ਜੀਵ ਵਿੱਚ ਰੱਬੀ ਜੋਤ ਪ੍ਰਕਾਸ਼ਤ ਹੈ। ਨਾਮ ਕੇ ਧਾਰੇ ਸਗਲੇ ਜੰਤ, ਸਭਨੀ ਘਟੀ ਸ਼ਉ ਵਸੈ, ਸ਼ਉ ਬਿਨ ਘਟ ਨਾ ਕੋਏ। ਕਾਇਨਾਤ ਦੇ ਜ਼ਰਰੇ ਜ਼ਰੇ ਵਿੱਚ ਰੱਬੀ ਜੋਤ ਭਰਪੂਰ ਹੈ। ਆਪਨ ਸੂਤ ਸਭ ਜਗਤ ਪਰੋਏ, ਸਰਬ ਜੋਤ ਤੇਰੀ ਪਸਰ ਰਹੀ, ਪਸਰੀ ਕਿਰਨ ਜੋਤ ਉਜਿਆਲਾ। ਰੱਬੀ ਜੋਤ ਵਿੱਚ ਪਿਆਰ ਦੀ ਅੰਸ਼ ਹੈ, ਜਿਸ ਕਾਰਨ ਕੁਦਰਤ ਦੀ ਹਰ ਇੱਕ ਸ਼ੈ ਇੱਕ ਦੂਜੇ ਵੱਲ ਖਿੱਚੀ ਜਾ ਰਹੀ ਹੈ। ਇਸ ਆਤਮਿਕ ਖਿੱਚ ਨੂੰ ਪਿਆਰ, ਪ੍ਰੇਮ, ਪ੍ਰੀਤ, ਨੇਹੋਂ ਆਦਿ ਕਿਹਾ ਜਾਂਦਾ ਹੈ। ਇਸ ਆਤਮਿਕ ਖਿੱਚ ਨੂੰ ਆਕਰਸ਼ਣ ਸ਼ਕਤੀ ਵੀ ਕਿਹਾ ਜਾਂਦਾ ਹੈ, ਜਿਸ ਦੇ ਅਸੂਲ ਅਨੁਸਾਰ ਇੱਕੋ ਮਾਨਸਿਕ ਸਤਹ ਅਥਵਾ ਸੁਭਾਅ ਵਾਲੇ ਜੀਵ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ। ਧਿਆਨ ਦੇਣਾ ਜੀ, ਇੱਕੋ ਮਾਨਸਿਕ ਸਤਹ ਅਥਵਾ ਸੁਭਾਅ ਵਾਲੇ ਜੀਵ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ ਤੇ ਆਪੋ ਆਪਣੇ ਮਾਨਸਿਕ ਦਾਇਰੇ ਵਿੱਚ ਇਕੱਠੇ ਹੋ ਕੇ ਵਰਤ ਵਰਤਾਰਾ ਕਰਦੇ ਹਨ। ਲਾਈਕ ਅਟਰੈਕਟਸ ਲਾਈਕ। ਇਹ ਅਸੂਲ ਸਿਰਫ ਜੀਵਾਂ ਤੇ ਹੀ ਨਹੀਂ ਕੱਢਦਾ, ਬਲਕਿ ਕੁਦਰਤ ਦੇ ਮਾਦਾਂ ਅਤੇ ਤੱਤਾਂ ਵਿਚਕਾਰ ਵੀ ਇਹੋ ਅਸੂਲ ਵਰਤਦਾ ਹੈ। ਜੇਕਰ ਜਲੰਧਰ ਰੇਡੀਓ ਸਟੇਸ਼ਨ ਤੋਂ 343 ਮੀਟਰ ਉੱਤੇ ਆਵਾਜ਼ ਪ੍ਰਸਾਰਿਤ ਹੁੰਦੀ ਹੈ ਤਾਂ ਉਹ ਆਵਾਜ਼ ਉਸੇ ਮੀਟਰ ਦੀ ਵੇਵਲੈਂਥ ਉੱਤੇ ਹਰ ਰੇਡੀਓ ਦੁਆਰਾ ਪਕੜੀ ਅਥਵਾ ਸੁਣੀ ਜਾ ਸਕਦੀ ਹੈ, ਜਿਸ ਦਾ ਮਤਲਬ ਇਹ ਹੈ ਕਿ ਆਵਾਜ਼ ਵਰਗੇ ਸੂਖਮ ਤੱਤ ਦਾ ਵੀ ਆਪਣੀ ਹੀ ਅਤ ਸੂਖਮ ਸਤਹ ਤੇ ਹੀ ਮੇਲ ਹੋ ਸਕਦਾ ਹੈ। ਇਹੀ ਅਸੂਲ ਪਸ਼ੂ, ਪੰਛੀਆਂ, ਇਨਸਾਨਾਂ ਤੇ ਵੀ ਘਟਦਾ ਹੈ, ਜਿਹੜੇ ਆਪੋ ਆਪਣੀ ਸ਼੍ਰੇਣੀ ਦੀਆਂ ਟੋਲੀਆਂ ਵਿੱਚ ਮੇਲ ਜੋਲ, ਸੰਗ ਅਥਵਾ ਸੰਗਤ ਕਰਦੇ ਹਨ। ਇਸ ਨੁਕਤੇ ਬਾਬਤ ਪਹਿਲਾਂ ਵਿਸਥਾਰ ਸਹਿਤ ਨਿਰਣਾ ਕੀਤਾ ਜਾ ਚੁੱਕਾ ਹੈ ਪਿਛਲੇ ਭਾਗਾਂ ਵਿੱਚ ਕਿ ਸੰਗਤ ਜਾਂ ਅਥਵਾ ਕੁਸੰਗਤ ਕਿਸ ਨੂੰ ਕਿਹਾ ਜਾਂਦਾ ਹੈ। ਭਿੰਨ ਭਿੰਨ ਕਿਸਮਾਂ ਦੀ ਸੰਗਤ ਤੇ ਉਸਦੇ ਲਾਭ ਤੇ ਭਿੰਨ ਭਿੰਨ ਕਿਸਮਾਂ ਦੀ ਕੁਸੰਗਤ ਤੇ ਉਹਨਾਂ ਦੇ ਹਾਨੀਕਾਰਕ ਨਤੀਜੇ। ਇਹ ਸਾਰੀ ਵਿਚਾਰ, ਮੇਲ ਜੋਲ, ਸੰਗ, ਸਤਸੰਗਤ, ਕੁਸੰਗਤ ਬਾਬਤ ਇਹ ਬਾਹਰ ਮੁਖੀ ਸ਼ਖਸੀ ਸਤਹ ਤੇ ਹੀ ਹੈ। ਇਸ ਤੋਂ ਇਲਾਵਾ ਸਾਡੇ ਅੰਤਰਗਤ ਮਾਨਸਿਕ ਸਤਹ ਤੇ ਵੀ ਮੇਲ ਜੋਲ, ਚਿਤਵਨੀ, ਸੰਗਤ ਅਥਵਾ ਕੁਸੰਗਤ ਵੀ ਹੋ ਰਹੀ ਹੈ। ਹਾਂਜੀ, ਮਾਨਸਿਕ ਸਤਹ ਤੇ ਵੀ ਮੇਲ ਜੋਲ, ਚਿਤਵਨੀ, ਸੰਗਤ ਅਥਵਾ ਕੁਸੰਗਤ ਵੀ ਹੋ ਰਹੀ ਹੈ। ਐਸੀ ਮਾਨਸਿਕ ਸੰਗਤ ਜਾਂ ਕੁਸੰਗਤ ਅਤ ਸੂਖਮ ਦਰਜੇ ਦੀ ਹੁੰਦੀ ਹੈ ਅਤੇ ਬੜੀ ਪ੍ਰਬਲ ਹੁੰਦੀ ਹੈ, ਜਿਸ ਦਾ ਅਸਰ ਜਾਂ ਨਤੀਜਾ ਵੀ ਤੀਖਣ ਅਤੇ ਤੀਬਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਬਾਹਰਲੇ ਦੁਸ਼ਮਣ ਤੋਂ ਤਾਂ ਕੋਈ ਬਚਾਅ ਹੋ ਸਕਦਾ ਹੈ, ਪਰ ਅੰਦਰਲੇ ਗੁੱਝੇ ਭੇਤੀ ਦੁਸ਼ਮਣ ਤੋਂ ਕੋਈ ਬਚਾਅ ਨਹੀਂ ਹੋ ਸਕਦਾ, ਜਿਸ ਦੀ ਗੁੱਝੀ ਮਾਰ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਇਸ ਲਈ ਇਸ ਅੰਦਰਲੇ ਬੁੱਕਲ ਵਿੱਚ ਬੈਠੇ ਵੈਰੀ ਦੇ ਵਾਰ ਤੋਂ ਬਚਾਓ ਵੀ ਕੋਈ ਨਹੀਂ ਅਤੇ ਇਸ ਦਾ ਵਾਰ ਵੀ ਅਤਿਅੰਤ ਡੂੰਘਾ ਤੇ ਖਤਰਨਾਕ ਹੁੰਦਾ ਹੈ। ਅਸੀਂ ਸਾਰਿਆਂ ਨੇ ਆਪਣੇ ਹਿਰਦੇ ਅੰਦਰ ਦੋ ਕਿਸਮ ਦੀਆਂ ਸੂਚੀਆਂ ਬਣਾਈ ਹੋਈਆਂ ਹਨ। ਇੱਕ ਤਾਂ ਹੈ ਪਿਆਰ ਵਾਲੀਆਂ ਗੁਰਮੁਖ ਹਸਤੀਆਂ ਦੀ ਸੂਚੀ, ਜਿਨ੍ਹਾਂ ਨੂੰ ਚੇਤੇ ਕਰਕੇ ਅਥਵਾ ਖਿਆਲਾਂ ਤੇ ਵਲਵਲਿਆਂ ਦੁਆਰਾ ਮੇਲ ਜਾਂ ਸਤਸੰਗਤ ਕਰਕੇ ਸਾਡੇ ਮਨ ਅਤੇ ਅੰਤਰ ਆਤਮੇ ਵਿੱਚ ਖੁਸ਼ੀ, ਸ਼ਾਂਤੀ, ਹੁਲਾਸ, ਸਿਦਕ, ਸ਼ਰਧਾ, ਭਰੋਸਾ, ਪਿਆਰ, ਖਿੱਚ, ਹਰ ਰਸ, ਹਰ ਰੰਗ, ਪਿਰਮ ਰਸ, ਹਮਦਰਦੀ, ਦਇਆ, ਖਿਮਾ, ਸਤਕਾਰ, ਪਰਉਪਕਾਰ, ਵਿਗਾਸ ਆਦਿ ਦੀਆਂ ਦੈਵੀ ਭਾਵਨਾਵਾਂ ਉਪਜਦੀਆਂ ਹਨ। ਧਿਆਨ ਦੇਣਾ ਜੀ, ਸਾਡੇ ਅੰਦਰ ਇੱਕ ਤਾਂ ਪਿਆਰ ਵਾਲੀਆਂ ਗੁਰਮੁਖ ਹਸਤੀਆਂ ਦੀ ਸੂਚੀ ਹੈ, ਜਿਨ੍ਹਾਂ ਨੂੰ ਚੇਤੇ ਕਰਕੇ ਅਥਵਾ ਖਿਆਲਾਂ ਤੇ ਵਲਵਲਿਆਂ ਦੁਆਰਾ ਮੇਲ ਜਾਂ ਸਤਸੰਗਤ ਕਰਕੇ ਸਾਡੇ ਮਨ ਵਿੱਚ ਅੰਤਰਾਤਮੇ ਖੁਸ਼ੀ, ਸ਼ਾਂਤੀ, ਸਿਦਕ, ਭਰੋਸਾ, ਪਿਆਰ, ਖਿੱਚ, ਹਰ ਰਸ, ਹਰ ਰੰਗ ਆਦਿ ਦੈਵੀ ਭਾਵਨਾਵਾਂ ਉਪਜਦੀਆਂ ਹਨ। ਗੁਰਬਾਣੀ ਵਿੱਚ ਐਸੇ ਉੱਤਮ ਮੇਲ ਜਾਂ ਸਤਸੰਗਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਜਿਨ ਡਿਠਿਆ ਮਨ ਰਹਿਸੀਐ, ਕਿਉਂ ਪਾਈਐ ਤਿਨ ਸੰਗ ਜਿਓ। संत सजन मन मित्र से लाइन प्रभ स्यों रंग जियो। अंतर आत्मै जो मिले, मिलिया कई ऐसो। राम मोको हर जन मेल मन पावै, अम्यो अम्यो हर रसै मीठा, मिल संत जना सुख पावै। कुर्बानी तिन्ना गुर सिखां, मन मेली कर मेल करन दे। सो इसनू गुरबाणी विच सतसंगत, साध संगत, सच्ची संगत आदि किया गया है।
ਇਹ ਸਾਧ ਸੰਗਤ ਸਿਰਫ ਸ਼ਖਸੀਅਤ ਦੇ ਮਿਲਾਪ ਦੁਆਰਾ ਹੀ ਨਹੀਂ, ਬਲਕਿ ਮਾਨਸਿਕ ਸਤਹ ਉਤੇ ਖਿਆਲਾਂ ਤੇ ਵਲਵਲਿਆਂ ਨਾਲ ਚੇਤੇ ਕਰਕੇ ਕਥਾ ਕੀਰਤਨ ਤੇ ਯਾਦਾਂ ਦੁਆਰਾ ਵੀ ਹੋ ਸਕਦੀ ਹੈ। ਧਿਆਨ ਦੇਣਾ ਜੀ, ਇਹ ਸਾਧ ਸੰਗਤ ਸਿਰਫ ਸ਼ਖਸੀਅਤ ਦੇ ਮਿਲਾਪ ਦੁਆਰਾ ਹੀ ਨਹੀਂ, ਬਲਕਿ ਮਾਨਸਿਕ ਸਤਹ ਉਤੇ ਖਿਆਲਾਂ ਤੇ ਵਲਵਲਿਆਂ ਨਾਲ ਚੇਤੇ ਕਰਕੇ ਕਥਾ ਕੀਰਤਨ ਤੇ ਯਾਦਾਂ ਦੁਆਰਾ ਵੀ ਹੋ ਸਕਦੀ ਹੈ। ਐਸੀ ਉੱਚੀ दैवी ਸਤਸੰਗਤ ਕਰਕੇ ਮਨ ਕਿਸੇ ਚਾਉ ਵਿੱਚ ਆਉਂਦਾ ਹੈ, ਕਿਸੇ ਉਮਾਹ ਵਿੱਚ ਉਮਕਦਾ ਹੈ, ਪਿਆਰ ਦੇ ਤੁਣਕੇ ਵੱਜਦੇ ਹਨ, ਪ੍ਰੇਮ ਸਵੈਪਨਾਂ ਦੇ ਹੰਡੋਲੇ ਮਾਣਦਾ ਹੈ, ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲਾਉਂਦਾ ਹੈ, ਪ੍ਰੇਮ ਪ੍ਰਕਾਸ਼ ਵਿੱਚ ਲੀਨ ਹੁੰਦਾ ਹੈ, ਅਨਹਦ ਧੁਨੀ ਵਿੱਚ ਮੋਇਆ ਜਾਂਦਾ ਹੈ, ਪਿਰਮ ਰਸ ਵਿੱਚ ਵਿਸਮਾਦ ਹੁੰਦਾ ਹੈ, ਆਤਮ ਪਿਆਰ ਦੀ ਖਿੱਚ ਖਾਂਦਾ ਹੈ, ਪ੍ਰੇਮ ਪਿਆਰ ਦੀ ਖੁਮਾਰੀ ਚੜ੍ਹਦੀ ਹੈ, ਆਤਮ ਛੋਹ ਦੀ ਕੰਬੜੀ ਛਿੜਦੀ ਹੈ, ਚੁੱਪ ਪ੍ਰੀਤ ਦੇ ਸੌਦੇ ਕਰਦਾ ਹੈ, ਆਤਮ ਰੰਗ ਦਾ ਵਣਜ ਵਪਾਰ ਕਰਦਾ ਹੈ, ਮਹਾਰਸ ਦੀ ਲੇਵਾ ਦੇਵੀ ਕਰਦਾ ਹੈ ਤੇ ਨਵਨਿਧ ਨਾਮ ਨਾਲ ਸਾਂਝ ਪਾਉਂਦਾ ਹੈ। ਦੂਜੇ ਪਾਸੇ ਅਸੀਂ ਆਪਣੇ ਮਲੀਨ ਮਨ ਦੁਆਰਾ ਕੁਸੰਗਤ ਕਰਕੇ ਹੋਰਨਾਂ ਨਾਲ ਰੋਸੇ, ਗਿਲੇ, ਈਰਖਾ, ਦ્વੈਤ, ਨਿੰਦਾ, ਚੁਗਲੀ, ਵੈਰ, ਵਿਰੋਧ, ਘਿਰਨਾ, ਕੁਲਝਣਾ, ਝਗੜੇ ਆਦਿ ਸਹਿੜ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਚਿਤ ਅੰਤਸ਼ਕਰਨ ਵਿੱਚ ਇਹਨਾਂ ਘਿਰਨਿਆਂ ਵਾਲੇ ਲੋਕਾਂ ਦੀ ਕਾਲੀ ਸੂਚੀ ਬਣਾਏ ਜਾਂਦੇ ਹਾਂ। ਜੇਕਰ ਇਹ ਕਾਲੀ ਸੂਚੀ ਵਾਲੇ ਲੋਕ ਸਾਥੋਂ ਦੂਰ ਵੀ ਹੋਣ ਤਾਂ ਵੀ ਸਾਡਾ ਵੇਲਾ ਮਲੀਨ ਮਨ ਇਸ ਕਾਲੀ ਸੂਚੀ ਦੀ ਮਿਸਲ ਨੂੰ ਖੋਲ ਲੈਂਦਾ ਹੈ ਅਤੇ ਮਾਨਸਿਕ ਸਤਹ ਤੇ ਉਸ ਉਤੇ ਆਪਣੀ ਕਿਰਨਾਂ ਵਾਲੀ ਟੀਕਾ ਟਿੱਪਣੀ ਦੀ ਜ਼ਹਿਰ ਘੋੜਦਾ ਹੈ। ਇਸ ਤਰ੍ਹਾਂ ਉਸ ਦੀ ਗੈਰ ਹਾਜ਼ਰੀ ਵਿੱਚ ਵੀ ਉਸ ਨੂੰ ਈਰਖਾ, ਦ્વੈਤ, ਕਿਰਨਾਂ ਨਾਲ ਯਾਦ ਕਰਕੇ ਅਥਵਾ ਕੁਸੰਗਤ ਕਰਕੇ ਅਸੀਂ ਆਪਣੇ ਮਨ ਚਿਤ ਅੰਤਸ਼ਕਰਨ ਨੂੰ ਸਾੜੀ ਬਾਲੇ ਜਾਂਦੇ। ਧਿਆਨ ਦੇਣਾ ਜੀ, ਇਹ ਕਾਲੀ ਸੂਚੀ ਵਾਲੇ ਲੋਕ ਸਾਥੋਂ ਦੂਰ ਵੀ ਹੋਣ ਤਾਂ ਵੀ ਸਾਡਾ ਵੇਲਾ ਮਲੀਨ ਮਨ ਇਸ ਕਾਲੀ ਸੂਚੀ ਦੀ ਮਿਸਲ ਨੂੰ ਖੋਲ ਲੈਂਦਾ ਹੈ ਅਤੇ ਮਾਨਸਿਕ ਸਤਹ ਤੇ ਉਸ ਉਤੇ ਆਪਣੀ ਕਿਰਨਾਂ ਵਾਲੀ ਟੀਕਾ ਟਿੱਪਣੀ ਦੀ ਜ਼ਹਿਰ ਘੋੜਦਾ ਹੈ। ਇਸ ਤਰ੍ਹਾਂ ਉਸ ਦੀ ਗੈਰ ਹਾਜ਼ਰੀ ਵਿੱਚ ਵੀ, ਹਾਂਜੀ, ਉਸ ਦੀ ਗੈਰ ਹਾਜ਼ਰੀ ਵਿੱਚ ਵੀ ਉਸ ਨੂੰ ਈਰਖਾ, ਦ્વੈਤ, ਕਿਰਨਾਂ ਨਾਲ ਯਾਦ ਕਰਕੇ ਅਥਵਾ ਕੁਸੰਗਤ ਕਰਕੇ ਅਸੀਂ ਆਪਣੇ ਮਨ ਚਿਤ ਅੰਤਸ਼ਕਰਨ ਨੂੰ ਸਾੜੀ ਬਾਲੀ ਜਾਂਦੇ ਹਾਂ। ਇਸ ਤਰ੍ਹਾਂ ਜਦ ਵੀ ਕੋਈ ਕਾਲੀ ਸੂਚੀ ਵਾਲੀ ਹਸਤੀ ਚੇਤੇ ਆ ਜਾਵੇ ਜਾਂ ਹੋਰ ਕੋਈ ਚੇਤੇ ਕਰਾ ਦੇਵੇ ਤਾਂ ਅਸੀਂ ਕਿਤਨਾ ਚਿਰ ਇਸ ਕੁਸੰਗਤ ਕਾਰਨ ਉਸ ਪ੍ਰਤੀ ਕਿਰਨਾਂ ਦੇ ਜ਼ਹਿਰੀਲੇ ਭਾਂਬੜ ਵਿੱਚ ਸੜਦੇ ਬਲਦੇ ਰਹਿੰਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਸੀ ਕਿਰਨਾਂ ਜਾਂ ਐਲਰਜੀ ਦੇ ਭਾਂਬੜ ਵਿੱਚ ਸੜਦੇ ਬਲਦੇ ਹੋਏ ਵੀ ਅਸੀਂ ਆਪਣੀ ਮਲੀਨ ਅਤੇ ਅਤ ਹਾਨੀਕਾਰਕ ਅੰਦਰਲੀ ਕੁਸੰਗਤ ਦੀ ਗੁੱਝੀ ਜ਼ਹਿਰ ਨੂੰ ਮਹਿਸੂਸ ਹੀ ਨਹੀਂ ਕਰਦੇ, ਬਲਕਿ ਐਗਜ਼ੀਮਾ ਦੀ ਖੁਰਕ ਵਾਂਗ ਇਸ ਜ਼ਹਿਰੀਲੀ ਮਾਨਸਿਕ ਖੁਰਕ ਵਿੱਚ ਬੜਾ ਸਵਾਦ ਮਾਣਦੇ ਹਾਂ। ਜੇਕਰ ਕਾਲੀ ਸੂਚੀ ਵਾਲਿਆਂ ਦੀ ਕੋਈ ਨਿੰਦਾ ਚੁਗਲੀ ਕਰਦਾ ਹੈ ਤਾਂ ਉਹ ਨਿੰਦਾ ਸਾਨੂੰ ਬੜੀ ਸਵਾਦਲੀ ਲੱਗਦੀ ਹੈ ਅਤੇ ਉਸ ਦੇ ਹੋਰ ਅਵਗੁਣ ਸੁਣਨ ਲਈ ਅਥਵਾ ਕੁਸੰਗਤ ਕਰਨ ਲਈ ਬੜੇ ਉਤਸ਼ਾਹਤ ਰਹਿੰਦੇ ਹਾਂ ਅਤੇ ਜਦ ਮੌਕਾ ਮਿਲੇ ਆਪਣੇ ਵੱਲੋਂ ਵੀ ਜ਼ਹਿਰੀਲੀ ਚੁਆਤੀ ਲਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਨਿੰਦਾ ਦੇ ਜ਼ਹਿਰੀਲੇ ਭੱਠ ਅਥਵਾ ਕੁਸੰਗਤ ਵਿੱਚ ਆਪੇ ਸੜਦੇ ਬਲਦੇ ਪੁੱਜਦੇ ਰਹਿੰਦੇ ਹਾਂ। ਗੁਰਬਾਣੀ ਵਿੱਚ ਐਸੀ ਨਿੰਦਾ ਕਰਨ ਦੀ ਇਉਂ ਨਿਖੇਧੀ ਕੀਤੀ ਗਈ ਹੈ। ਨਿੰਦਕ ਸੋ ਜੋ ਨਿੰਦਾ ਹੋ ਰਹਿ, ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪਖ ਮਾਇਆ ਤਾਰੀ। ਮੋਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ, ਨਿੰਦਕ ਕੀ ਗਤ ਕਤਹੁ ਨਹੀਂ, ਖਸਮੇ ਐਵੇਂ ਪਾਣ। ਨਿੰਦਾ ਭਲੀ ਕਿਸੈ ਕੀ ਨਾਈ, ਮਨ ਮੁਖ ਮੁਗਤ ਕਰਨ, ਮੋਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਜੇਕਰ ਆਪਣੇ ਵਿਹੜੇ ਵਿੱਚ ਗੰਦਗੀ ਦੀ ਰੂੜੀ ਜਮਾ ਕਰਕੇ ਢੱਕ ਦਿੱਤੀ ਜਾਵੇ ਤਾਂ ਵੀ ਗੰਦਗੀ ਦੀ ਹਵਾੜ ਕਦੇ ਨਾ ਕਦੇ ਬਾਹਰ ਨਿਕਲਦੀ ਰਹਿੰਦੀ, ਜਿਸ ਨਾਲ ਆਲੇ ਦੁਆਲੇ ਦਾ ਸਾਰਾ ਵਾਤਾਵਰਣ ਅਣਸੁਖਾਵਾਂ ਹੋ ਜਾਂਦਾ ਹੈ। ਸੋ ਮਲੀਨ ਖਿਆਲਾਂ ਤੇ ਵਲਵਲਿਆਂ ਨੂੰ ਮੁੜ ਮੁੜ ਚੇਤੇ ਕਰਕੇ ਅਭਿਆਸ ਅਥਵਾ ਕੁਸੰਗਤ ਦੁਆਰਾ ਅਸੀਂ ਇਹਨਾਂ ਦੀ ਜ਼ਹਿਰੀਲੀ ਰੰਗਤ ਨੂੰ ਮਨ ਚਿਤ ਅੰਤਸ਼ਕਰਨ ਵਿੱਚ ਦ੍ਰਿੜ ਕਰ ਲੈਂਦੇ ਹਾਂ। ਸਹਿਜੇ ਸਹਿਜੇ ਮਲੀਨ ਤੇ ਜ਼ਹਿਰੀਲੇ ਖਿਆਲਾਂ ਨੂੰ ਕੋਟ ਕੇ ਪਰਬਲ ਤੇ ਦਾਮਨਕ ਬਣਾ ਲੈਂਦੇ ਹਾਂ। ਇਸ ਤਰ੍ਹਾਂ ਮਲੀਨ ਖਿਆਲਾਂ ਦੇ ਵਲਵਲਿਆਂ ਦੇ ਲਗਾਤਾਰ ਅਭਿਆਸ ਅਥਵਾ ਕੁਸੰਗਤ ਨਾਲ ਇਹ ਮਾਨਸਿਕ ਮਲੀਨਤਾ ਦੀ ਬਦਬੂ ਸਾਡੇ ਅੰਦਰ ਧਸ-ਵਸ ਰਸ ਕੇ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ। ਇਹੋ ਜਿਹੀ ਆਪਣੇ ਆਪ ਘੜੀ ਹੋਈ
मलीन शख्सियत विचों कोई उचेरी चंगेरी सोनेरी भावना उपज ही नहीं सकती। ऐसी मलीन शख्सियत विचों तां नीवें मलीन जहरीले ख्याल ते वलवले उपजदे हन जो अत हानिकारक होंदे हन। दूजे लफ्जां विच जेकर आपू बढ़ाई काली सूची विचों किसे हाजर या गैर हाजर, नेड़े या दूर, जिउंदी या मोई हस्ती नूं याद करके नुकताचीनी करते हाँ, अवगण छाणते हाँ, छिद्र फोलते हाँ, द्वैत करते हाँ, निंदा करते हाँ, घिरना करते हाँ, बुरा लोचते हाँ, वैर विरोध की भावना पुजदी है तां असी उस नाल कुसंगत करते होंदे हां। जेकर ऐसी कुसंगत करदे हां उस हस्ती की बाबत नक झाड़ते हाँ या मथे वड्ड पाउंदे हाँ या सड़दे बलदे हाँ या जहर विच उबलदे हाँ या देख के सणकपणी अग लगती है, निंदा सुन के स्वाद माणदे हाँ या उसनूं दुखी देख के खुश होंदे हाँ या उसका नुकसान वेख के खुश होंदे हाँ या उसकी तरक्की देख के सड़दे हाँ या वडियाई नहीं सुन सकते या गुणा नूं भी अपनी मलीन रंगत चाड़ देंदे हैं, तां यह पक्का सबूत है कि साडा मन अत मलीन हो चुकिया है, जिस कारण आपू लाए हुए जहरीले पांबड़ विच दिन रात आप ही जली बली सड़ी जांदे। इस तरह नीवें ख्यालां वलवलियां ते रुचियां नाल अपने अमोलक जीवन नूं तबाह कर रहे हैं अते अपनियां मलीन जहरीलियां किरणां विश्व विच फैला रहे हैं। जो देखे छिदर तो निंदक उमा है, भलो देख दुख भरी है, 8 पैर चितवै नहीं पहुंचे, बुरा चितवा चितवत मरिए। निंदक दुष्ट वडियाई वेख न सकन, ओना पराया भला ना सुखाई। ऐसी निगरी हुई मलीन मानसिक हालत विच जो भी कर्मकांड, पाठ पूजा, धार्मिक साधना अते परमार्थ दे कर्म क्रिया करदे हां सब बिरथा ते नेफल ही होंदे हैं। ध्यान देना जी, ऐसी निगरी हुई मलीन मानसिक हालत विच जो भी कर्मकांड, पाठ पूजा, धार्मिक साधना अते परमार्थ दे कर्म क्रिया करदे हां सब बिरथा ते नेफल ही होंदे हैं। मन मैले भगत न होवई, नाम न पाया जाए, नाम संग मन प्रीत न लावे, कोट कर्म कर तो नरक जावे। हाउ हाउ करते कर्मरत ताको पार अफार, प्रीत नहीं जो नाम स्यों तो एवं कर्म विकार। जेते जतन करते डूबे भव सागर नहीं तार्यो रे, कर्म धर्म करते बो संजम, अहंग बुद्ध मन जार्यो रे। तीर्थ नाय न उतरस मैल, कर्म धर्म सब हों मैं फैल। मनमुख चंचल मत है, अंतर बहुत चतुराई, कीता करत्या बिरथा गया, इक तिल थाए न पाई। कर्म धर्म सुच संजम करे, अंतर लोभ विकार, नानक मनमुख जे कमावे, सो थाए न पवे, दरगह होए खुआर। गुरबाणी विच आपू घड़े मलीन अते जहरीले पौजल तो निकलण दा इक्को एक साधन सत्संगत अथवा साध संगत ही दस्या गया है। मिल सत्संगत हर गुण गाए, जग पौजल दुत्तर तरिए जियो। साध के संग उन पौजल तरिया, सगल दूत उन साधे जियो। साधु संग तरीजय सागर, कटिया जम की फासा जियो। दुत्तर तरह साध के संग, तारीले पौजल तारू बिखड़ा, बोहित साधु संगा। साध संगत के अंचल लावो, बिखम नदी जाए तरणी। उपरली विचार दा संखेप निचोड़ इउं दर्शाया जाता है कि असी अपनी बाहरमुखी ठुली बिरती अनुसार सिर्फ बाहरले शरीरक मेल नूं ही संगत या कुसंगत मनी बैठे हैं, जिसका असर ओपरा जा होण करके छेती लै सकता है या बदल सकता है। दूसरा, साडे मन चित अंतशकरण दी सूक्ष्म सतह उत्ते ख्यालां, वलवलियां, भावनावां दा अत्यंत गुज्जा, डूंगा, तीबर, तीखण, परबल, दामनिक ते अमिटवा अत सूक्ष्म असर होंदा है, जिसका सानू पता ही नहीं लगता। सहजे सहजे अनजाने ही यह सूक्ष्म गुज्जा दामनक असर साडा समुचा जीवन अथवा शख्सियत ही बदल देंदा है।
ऐसी सूखम दामनक आपू घड़ी शख्सियत नूं मुड़ बदलना अत कठिन या नामुमकिन है। वाहिगुरू जी का खालसा, वाहिगुरू जी की फतेह।